ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਨਵੇਂ ਅਮਰੀਕੀ ਇਮੀਗ੍ਰੇਸ਼ਨ ਬਿੱਲ ਤਹਿਤ ਗ੍ਰੀਨ ਕਾਰਡ ਧਾਰਕਾਂ ਨੂੰ ਦੇਸ਼ ਨਿਕਾਲੇ ਦਾ ਖਤਰਾ। ਡੋਨਾਲਡ ਟਰੰਪ ਦੀ ਸ਼ਿਕਾਗੋ ਵਿੱਚ ਇਮੀਗ੍ਰੇਸ਼ਨ ਤੇ ਸਖਤੀ, ਆਈਸ ਮਿਡਵੇ ਬਲਿਟਸ ਨਾਲ ਸ਼ੁਰੂ। ਅਮਰੀਕੀ ਸੁਪਰੀਮ ਕੋਰਟ ਨੇ ਹਮਲਾਵਰ ਇਮੀਗ੍ਰੇਸ਼ਨ ਛਾਪਿਆਂ ਤੇ ਟਰੰਪ ਦਾ ਕੀਤਾ ਸਮਰਥਨ। ਟਰੰਪ ਨੂੰ ਵੱਡਾ ਝਟਕਾ, $83 ਮਿਲੀਅਨ ਦਾ ਹਰਜਾਨਾ ਬਰਕਰਾਰ। ਮੈਕਸੀਕੋ ਸਿਟੀ ਦੇ ਬਾਹਰ ਇੱਕ ਮਾਲ 'ਚ ਗੱਡੀ ਬੱਸ ਨਾਲ ਟਕਰਾ ਗਈ, 10 ਲੋਕਾਂ ਦੀ ਮੌਤ। ਜੈਨਜੀ ਦੇ ਦਬਾਅ ਅੱਗੇ ਝੁਕੀ ਨੇਪਾਲ ਸਰਕਾਰ, ਸੋਸ਼ਲ ਮੀਡੀਆ ਤੇ ਲੱਗਿਆ ਬੈਨ ਹਟਾਇਆ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਬਹੁਤ ਸਾਰੇ ਵਿਦੇਸ਼ੀ, ਜਿਨ੍ਹਾਂ ਵਿੱਚ ਅਮਰੀਕਾ ਵਿੱਚ ਕਈ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਹਨ, ਨੂੰ ਪ੍ਰਭਾਵ ਅਧੀਨ ਗੱਡੀ ਚਲਾਉਣ ਯਾਨੀ DUI ਦੇ ਅਪਰਾਧ ਦੇ ਦੋਸ਼ੀ ਠਹਿਰਾਏ ਜਾਣ ਤੇ ਦੇਸ਼ ਨਿਕਾਲਾ ਮਿਲਣ ਦਾ ਖਤਰਾ ਹੈ। ਅਮਰੀਕੀ ਪ੍ਰਤੀਨਿਧੀ ਸਭਾ ਨੇ ਇੱਕ ਬਿੱਲ ਪਾਸ ਕੀਤਾ ਜੋ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਦੋਸ਼ੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਦੀ ਆਗਿਆ ਦੇਵੇਗਾ। ਗ੍ਰੀਨ ਕਾਰਡ ਧਾਰਕਾਂ ਸਮੇਤ DUI ਦੇ ਦੋਸ਼ੀ ਵਿਦੇਸ਼ੀ, ਭਾਵੇਂ ਉਹਨਾਂ ਨੂੰ ਇੱਕ ਕੁਕਰਮ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੋਵੇ, ਉਸ ਨੂੰ ਹਿਰਾਸਤ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗ੍ਰੀਨ ਕਾਰਡ ਧਾਰਕ ਅਮਰੀਕਾ ਦੇ ਕਾਨੂੰਨੀ ਸਥਾਈ ਨਿਵਾਸੀ ਹਨ ਅਤੇ ਉਹਨਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦਾ ਕਾਨੂੰਨੀ ਅਧਿਕਾਰ ਹੈ। ਲਗਭਗ 13 ਮਿਲੀਅਨ ਗ੍ਰੀਨ ਕਾਰਡ ਧਾਰਕ ਅਮਰੀਕਾ ਵਿੱਚ ਹਨ, ਜਿਨ੍ਹਾਂ ਵਿੱਚੋਂ 9 ਮਿਲੀਅਨ ਨਾਗਰਿਕ ਬਣਨ ਦੇ ਯੋਗ ਹਨ। ਇਹ ਬਿੱਲ ਕਹਿੰਦਾ ਹੈ ਕਿ ਕੋਈ ਵੀ ਵਿਦੇਸ਼ੀ ਜਿਸ ਨੂੰ ਨਸ਼ੇ ਦੀ ਹਾਲਤ ਵਿੱਚ ਜਾਂ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਅਪਰਾਧ ਦਾ ਦੋਸ਼ੀ ਠਹਿਰਾਇਆ ਗਿਆ, ਕਿਉਂਕਿ ਇਹ ਸ਼ਬਦ ਉਸ ਅਧਿਕਾਰ ਖੇਤਰ ਦੇ ਕਾਨੂੰਨ ਅਧੀਨ ਪਰਿਭਾਸ਼ਿਤ ਕੀਤੇ ਗਏ ਹਨ ਜਿੱਥੇ ਸਜ਼ਾ ਹੋਈ ਹੈ, ਜਿਸ ਵਿੱਚ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਹੇਠ ਜਾਂ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਦੋਸ਼ ਸ਼ਾਮਲ ਹਨ। ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਸਜ਼ਾ ਨੂੰ ਸੰਘੀ, ਰਾਜ ਜਾਂ ਸਥਾਨਕ ਕਾਨੂੰਨ ਦੇ ਤਹਿਤ ਇੱਕ ਅਪਰਾਧ ਜਾਂ ਘੋਰ ਅਪਰਾਧ ਵਜੋਂ ਸ਼੍ਰੇਣੀਬੱਧ ਕੀਤਾ ਗਿਆ, ਦੇਸ਼ ਨਿਕਾਲਾ ਯੋਗ ਹੈ। ਸੋ ਬਿੱਲ ਦੇ ਦੋ ਪਹਿਲੂ ਹਨ, ਜਿਸ ਵਿੱਚ ਪਹਿਲਾ ਪਹਿਲੂ ਕਿ DUI ਦੇ ਦੋਸ਼ੀ ਵਿਦੇਸ਼ੀਆਂ ਨੂੰ ਅਮਰੀਕਾ ਵਿੱਚ ਦਾਖਲਾ ਨਾ ਦੇਣਾ ਅਤੇ DUI ਦੇ ਦੋਸ਼ੀ ਅਜਿਹੇ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇਣਾ। ਇਹ ਪ੍ਰਭਾਵ ਅਧੀਨ ਗੱਡੀ ਚਲਾਉਣ ਦੇ ਦੋਸ਼ਾਂ ਵਾਲੇ ਵਿਦੇਸ਼ੀਆਂ ਲਈ ਹਟਾਉਣ ਯੋਗਤਾ ਦੇ ਇੱਕ ਨਵੇਂ ਆਧਾਰ ਨੂੰ ਵੀ ਕੋਡਬੱਧ ਕਰਦਾ ਹੈ। ਵਰਤਮਾਨ ਵਿੱਚ ਕਿਉਂਕਿ DUI ਨਾਲ ਸੰਬੰਧਿਤ ਨਾ ਤਾਂ ਕੋਈ ਯੋਗਤਾ ਦਾ ਆਧਾਰ ਹੈ ਅਤੇ ਨਾ ਹੀ ਹਟਾਉਣ ਯੋਗਤਾ ਦਾ ਆਧਾਰ ਹੈ, ਅਪਰਾਧੀ ਵਿਦੇਸ਼ੀ ਆਪਣੀਆਂ ਲਾਪਰਵਾਹੀ ਵਾਲੀਆਂ ਕਾਰਵਾਈਆਂ ਲਈ ਜਵਾਬਦੇਹੀ ਤੋਂ ਬਚ ਸਕਦੇ ਹਨ, ਦੁਬਾਰਾ ਅਪਰਾਧ ਕਰਨ ਅਤੇ ਭਾਈਚਾਰਿਆਂ ਨੂੰ ਖਤਰੇ ਵਿੱਚ ਪਾਉਣ ਦੇ ਲਈ ਸੁਤੰਤਰ ਹਨ। ਪ੍ਰਭਾਵ ਅਧੀਨ ਗੱਡੀ ਚਲਾਉਣ ਯਾਨੀ DUI ਸ਼ਬਦ ਵਿੱਚ ਸਾਰੇ ਰਾਜ ਅਤੇ ਸੰਘੀ ਕਮਜ਼ੋਰ ਡਰਾਈਵਿੰਗ ਅਪਰਾਧ ਸ਼ਾਮਲ ਹਨ, ਜਿਸ ਵਿੱਚ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ, ਪ੍ਰਭਾਵ ਅਧੀਨ ਗੱਡੀ ਚਲਾਉਣਾ ਅਤੇ ਹੋਰ ਅਪਰਾਧ ਸ਼ਾਮਲ ਹਨ ਜੋ ਕਿਸੇ ਵਿਅਕਤੀ ਲਈ ਕਮਜ਼ੋਰੀ ਦੌਰਾਨ ਮੋਟਰ ਵਾਹਨ ਚਲਾਉਣਾ ਗੈਰ ਕਾਨੂੰਨੀ ਬਣਾਉਂਦੇ ਹਨ। ਇਸ ਸ਼ਬਦ ਵਿੱਚ ਘੱਟ ਸ਼ਾਮਲ ਅਪਰਾਧ ਸ਼ਾਮਲ ਨਹੀਂ ਹਨ, ਜਿਵੇਂ ਕਿ ਲਾਪਰਵਾਹੀ ਨਾਲ ਗੱਡੀ ਚਲਾਉਣਾ, ਜਿਨ੍ਹਾਂ ਲਈ ਕਮਜ਼ੋਰੀ ਦੇ ਸਬੂਤ ਦੀ ਲੋੜ ਨਹੀਂ ਹੁੰਦੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਿਕਾਗੋ ਵਿੱਚ ਆਪਣੀ ਇਮੀਗ੍ਰੇਸ਼ਨ ਕਾਰਵਾਈ ਸ਼ੁਰੂ ਕੀਤੀ, ਜਿਸ ਵਿੱਚ ਸੰਘੀ ਏਜੰਟਾਂ ਨੇ ਡੈਮੋਕ੍ਰੈਟਿਕ ਸ਼ਾਸਨ ਵਾਲੇ ਸ਼ਹਿਰਾਂ ਦੇ ਵਿੱਚ ਅਪਰਾਧ ਵਿਰੁੱਧ ਮੁਹਿੰਮ ਨੂੰ ਵਾਈਟ ਹਾਊਸ ਦੇ ਨਾਮ ਤੇ ਲਾਗੂ ਕਰਨ ਨੂੰ ਤੇਜ਼ ਕਰ ਦਿੱਤਾ। ਗ੍ਰਹਿ ਸੁਰੱਖਿਆ ਵਿਭਾਗ ਨੇ ਇਹ ਕਿਹਾ ਹੈ ਕਿ ਸ਼ਿਕਾਗੋ ਅਤੇ ਪੂਰੇ ਇਲੀਨੋਇਸ ਵਿੱਚ ਅਪਰਾਧਿਕ ਗੈਰ ਕਾਨੂੰਨੀ ਪਰਦੇਸੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਮਿਡਵੇ ਬਲਿਟਸ ਸ਼ੁਰੂ ਹੋ ਗਿਆ ਹੈ। DHS ਨੇ ਇਲੀਨੋਇਸ ਦੇ ਗਵਰਨਰ JB ਨੇ, ਜੋ ਕਿ ਇੱਕ ਡੈਮੋਕ੍ਰੈਟਿਕ ਅਤੇ 2028 ਦੇ ਸੰਭਾਵਿਤ ਰਾਸ਼ਟਰਪਤੀ ਉਮੀਦਵਾਰ ਹਨ, ਉਹਨਾਂ ਨੂੰ ਸੈਂਚੁਰੀ ਨੀਤੀਆਂ ਦਾ ਸਮਰਥਨ ਕਰਨ ਲਈ ਦੋਸ਼ੀ ਠਹਿਰਾਇਆ, ਜਿਨ੍ਹਾਂ ਬਾਰੇ ਇਹ ਕਿਹਾ ਗਿਆ ਸੀ ਕਿ ਅਪਰਾਧੀਆਂ ਦੀ ਰੱਖਿਆ ਕੀਤੀ ਜਾਂਦੀ ਹੈ। ਇਹ ਕਾਰਵਾਈ ਵਾਈਟ ਹਾਊਸ ਅਤੇ ਡੈਮੋਕ੍ਰੈਟਿਕ ਨੇਤਾਵਾਂ ਦੇ ਵਿਚਕਾਰ ਵੱਧ ਰਹੇ ਤਣਾਅ ਨੂੰ ਉਜਾਗਰ ਕਰਦੀ ਹੈ, ਜੋ ਟਰੰਪ ਦੇ ਸਾਮੂਹਿਕ ਦੇਸ਼ ਨਿਕਾਲੇ ਦੇ ਦਬਾਅ ਦਾ ਵਿਰੋਧ ਕਰਦੇ ਹਨ। ਇਸ ਤੋਂ ਇਲਾਵਾ ਪ੍ਰਿਟਸਕਰ ਨੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਟਰੰਪ ਸ਼ਿਕਾਗੋ ਵਿੱਚ ਡਰ ਪੈਦਾ ਕਰ ਰਹੇ ਹਨ। ਉਹਨਾਂ ਨੇ ਕਿਹਾ, ਇੱਕ ਵਾਰ ਫਿਰ ਇਹ ਅਪਰਾਧ ਨਾਲ ਲੜਨ ਬਾਰੇ ਨਹੀਂ ਹੈ। ਪ੍ਰਿਟਸਕਰ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜਨਤਕ ਸੁਰੱਖਿਆ ਤੇ ਸਾਡੇ ਨਾਲ ਕੰਮ ਕਰਨ ਲਈ ਕਦਮ ਚੁੱਕਣ ਦੀ ਬਜਾਏ ਟਰੰਪ ਪ੍ਰਸ਼ਾਸਨ ਇਲੀਨੋਇਸ ਵਾਸੀਆਂ ਨੂੰ ਡਰਾਉਣ ਤੇ ਕੇਂਦਰਿਤ ਹੈ। ਇਸ ਤੋਂ ਇਲਾਵਾ US ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਸ਼ਿਕਾਗੋ ਵਿੱਚ ਇੱਕ ਆਈਸ ਕਾਰ ਦੀ ਇੱਕ ਫੋਟੋ ਪੋਸਟ ਕੀਤੀ, ਪਰ ਕੋਈ ਮਿਸ਼ਨ ਵੇਰਵਾ ਨਹੀਂ ਦਿੱਤਾ। ਪ੍ਰਿਟਸਕਰ ਨੇ ਅਤੇ ਸ਼ਿਕਾਗੋ ਦੇ ਮੇਅਰ ਬ੍ਰੈਡਨ ਜੌਨਸਨ ਦੋਵਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਕਾਰਵਾਈ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ।
ਜੌਨਸਨ ਨੇ ਨਿਵਾਸੀਆਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਣਨ ਲਈ ਸ਼ਹਿਰ ਦੀ ਵੈਬਸਾਈਟ ਤੇ ਜਾਣ ਦੀ ਅਪੀਲ ਕੀਤੀ। ਟਰੰਪ ਨੇ ਸ਼ਿਕਾਗੋ ਵਿੱਚ ਸੰਘੀ ਫੌਜ ਭੇਜਣ ਦੀ ਧਮਕੀ ਵੀ ਦਿੱਤੀ ਸੀ। ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖਤ ਇਮੀਗ੍ਰੇਸ਼ਨ ਪਹੁੰਚ ਦਾ ਫਿਰ ਸਮਰਥਨ ਕੀਤਾ। ਏਜੰਟਾਂ ਨੂੰ ਦੱਖਣੀ ਕੈਲੀਫੋਰਨੀਆ ਵਿੱਚ ਲੋਕਾਂ ਨੂੰ ਉਹਨਾਂ ਦੀ ਨਸਲ ਜਾਂ ਭਾਸ਼ਾ ਦੇ ਆਧਾਰ ਤੇ ਦੇਸ਼ ਨਿਕਾਲੇ ਲਈ ਨਿਸ਼ਾਨਾ ਬਣਾਉਂਦੇ ਹੋਏ ਛਾਪੇਮਾਰੀ ਕਰਨ ਦੀ ਆਗਿਆ ਦਿੱਤੀ। ਇੱਕ ਫੈਸਲੇ ਵਿੱਚ ਇਸ ਦੇ ਉਦਾਰਵਾਦੀ ਜੱਜਾਂ ਨੇ ਕਿਹਾ ਕਿ ਲੈਟਿਨੋ ਕਿਸੇ ਵੀ ਸਮੇਂ ਜ਼ਬਤ ਕੀਤੇ ਜਾਣ ਯੋਗ ਖੇਡ ਬਣਾਉਂਦੇ ਹਨ। ਅਦਾਲਤ ਨੇ ਨਿਆਂ ਵਿਭਾਗ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ ਜੱਜ ਦੇ ਉਸ ਹੁਕਮ ਨੂੰ ਰੋਕਿਆ ਜਾਵੇ ਜਿਸ ਵਿੱਚ ਏਜੰਟਾਂ ਨੂੰ ਲੋਕਾਂ ਨੂੰ ਵਾਜਬ ਸ਼ੱਕ ਤੋਂ ਬਿਨਾਂ ਰੋਕਣ ਜਾਂ ਹਿਰਾਸਤ ਵਿੱਚ ਲੈਣ ਤੋਂ ਰੋਕਿਆ ਗਿਆ ਸੀ ਕਿ ਉਹ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਹਨ, ਨਸਲ ਜਾਂ ਜਾਤੀ ਦੇ ਆਧਾਰ ਤੇ, ਜਾਂ ਕਿ ਉਹ ਸਪੈਨਿਸ਼ ਜਾਂ ਅੰਗਰੇਜ਼ੀ ਲਹਿਜੇ ਨਾਲ ਬੋਲਦੇ ਹਨ, ਹੋਰ ਕਾਰਕਾਂ ਦੇ ਨਾਲ। ਸੋ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਜੋ ਕਿ ਇੱਕ ਡੈਮੋਕ੍ਰੈਟਿਕ ਹਨ, ਉਹਨਾਂ ਨੇ ਅਦਾਲਤ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਟਰੰਪ ਦੀ ਹੱਥੀਂ ਚੁਣੀ ਗਈ ਸੁਪਰੀਮ ਕੋਰਟ ਦੀ ਬਹੁਮਤ ਲਾਸ ਐਂਜਲਸ ਵਿੱਚ ਨਸਲੀ ਦਹਿਸ਼ਤ ਦੀ ਪਰੇਡ ਲਈ ਗ੍ਰੈਂਡ ਮਾਰਸ਼ਲ ਬਣ ਗਈ ਹੈ। ਨਿਊਜ਼ਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਤੱਥ ਵੱਲ ਇਸ਼ਾਰਾ ਕਰਦੇ ਹੋਏ ਕਿ ਟਰੰਪ ਨੇ 9 ਮੈਂਬਰੀ ਅਦਾਲਤ ਵਿੱਚ ਸੇਵਾ ਨਿਭਾ ਰਹੇ 6 ਰੂੜੀਵਾਦੀ ਜੱਜਾਂ ਵਿੱਚੋਂ 3 ਨੂੰ ਨਿਯੁਕਤ ਕੀਤਾ ਸੀ। ਅਦਾਲਤ ਦੇ ਸੰਖੇਪ ਅਤੇ ਬਿਨਾਂ ਦਸਤਕ ਵਾਲਾ ਹੁਕਮ ਬਿਨਾਂ ਕਿਸੇ ਸਪਸ਼ਟੀਕਰਨ ਦੇ ਜਾਰੀ ਕੀਤਾ ਗਿਆ। ਜੱਜ ਦੀਆਂ ਪਾਬੰਦੀਆਂ ਨੂੰ ਹਟਾ ਦਿੰਦਾ ਹੈ, ਜਦਕਿ ਛਾਪਿਆਂ ਵਿੱਚ ਫਸੇ ਲੈਟਿਨੋ ਲੋਕਾਂ ਦੇ ਇੱਕ ਸਮੂਹ ਦੁਆਰਾ ਲਿਆਂਦੀ ਗਈ ਕਾਨੂੰਨੀ ਚੁਣੌਤੀ ਸਾਹਮਣੇ ਆਉਂਦੀ ਹੈ। ਟਰੰਪ ਦੇ ਪ੍ਰਸ਼ਾਸਨ ਨੇ ਜਲਦੀ ਹੀ ਰੋਵਿੰਗ ਗਸ਼ਤ ਜਾਰੀ ਰੱਖਣ ਦਾ ਪ੍ਰਣ ਵੀ ਲਿਆ। ਰਿਪਬਲਿਕਨ ਰਾਸ਼ਟਰਪਤੀ ਜਨਵਰੀ ਵਿੱਚ ਦੇਸ਼ ਨਿਕਾਲੇ ਨੂੰ ਵਧਾਉਣ ਦਾ ਵਾਅਦਾ ਕਰਕੇ ਅਹੁਦੇ ਤੇ ਵਾਪਸ ਆਏ ਹਨ ਅਤੇ ਨਕਾਬਪੋਸ਼ ਅਤੇ ਹਥਿਆਰਬੰਦ ਸੰਘੀ ਏਜੰਟਾਂ ਦੁਆਰਾ ਇਮੀਗ੍ਰੇਸ਼ਨ ਛਾਪਿਆਂ ਨੇ ਲਾਸ ਐਂਜਲਸ ਵਿੱਚ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਹਨਾਂ ਨੂੰ ਜੂਨ ਵਿੱਚ ਸਭ ਤੋਂ ਵੱਧ ਆਬਾਦੀ ਵਾਲੇ ਅਮਰੀਕੀ ਰਾਜ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਫੌਜਾਂ ਭੇਜਣੀਆਂ ਪਈਆਂ। ਨਿਊਯਾਰਕ ਦੀ ਦੂਜੀ ਯੂਐਸ ਸਰਕਟ ਆਫ ਅਪੀਲਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਵੱਡਾ ਝਟਕਾ ਦਿੰਦਿਆਂ ਇੱਕ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਪੱਤਰਕਾਰ ਅਤੇ ਲੇਖਕ ਈ ਜੀਨ ਨੂੰ ਦਿੱਤੇ ਗਏ 83.3 ਮਿਲੀਅਨ ਡਾਲਰ ਯਾਨੀ ਲਗਭਗ 693 ਕਰੋੜ ਦੇ ਹਰਜਾਨੇ ਨੂੰ ਬਰਕਰਾਰ ਰੱਖਿਆ। ਟਰੰਪ ਨੇ ਇਸ ਫੈਸਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। ਸੋ ਇਹ ਮਾਮਲਾ 81 ਸਾਲਾ ਈ ਜੀਨ ਕੈਰੋਲ ਦੁਆਰਾ ਲਾਏ ਗਏ ਦੋਸ਼ਾਂ ਨਾਲ ਸੰਬੰਧਿਤ ਹੈ। ਕੈਰੋਲ ਨੇ ਦੋਸ਼ ਲਗਾਇਆ ਸੀ ਕਿ 1990 ਦੇ ਦਹਾਕੇ ਵਿੱਚ ਟਰੰਪ ਨੇ ਨਿਊਯਾਰਕ ਦੇ ਇੱਕ ਡਿਪਾਰਟਮੈਂਟ ਸਟੋਰ ਦੇ ਡਰੈਸਿੰਗ ਰੂਮ ਵਿੱਚ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ। 2019 ਵਿੱਚ ਟਰੰਪ ਨੇ ਇਹਨਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਕੈਰੋਲ ਮੇਰੀ ਕਿਸਮ ਦੀ ਨਹੀਂ ਅਤੇ ਉਹ ਆਪਣੀ ਕਿਤਾਬ ਵੇਚਣ ਲਈ ਝੂਠੀ ਕਹਾਣੀ ਕੱਢ ਰਹੀ ਸੀ। ਇਸ ਤੋਂ ਪਹਿਲਾਂ ਮਈ 2023 ਵਿੱਚ ਇੱਕ ਵੱਖਰੀ ਜਿਊਰੀ ਨੇ ਟਰੰਪ ਨੂੰ ਜਿਨਸੀ ਸ਼ੋਸ਼ਣ ਅਤੇ ਮਾਨਹਾਨੀ ਲਈ 5 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦੇ ਲਈ ਕਿਹਾ ਸੀ, ਹੁਕਮ ਦਿੱਤਾ ਸੀ। ਇਸ ਫੈਸਲੇ ਨੂੰ ਜੂਨ 2024 ਦੇ ਵਿੱਚ ਦੂਜੀ ਸਰਕਟ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ। ਅਦਾਲਤ ਦਾ ਫੈਸਲਾ ਅਤੇ ਟਰੰਪ ਦੀ ਦਲੀਲ 3 ਜੱਜਾਂ ਦੀ ਬੈਂਚ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮਾਮਲੇ ਦੇ ਅਸਧਾਰਨ ਅਤੇ ਗੰਭੀਰ ਹਾਲਾਤਾਂ ਨੂੰ ਦੇਖਦੇ ਹੋਏ ਜਿਊਰੀ ਦੁਆਰਾ ਦਿੱਤਾ ਗਿਆ ਹਰਜਾਨਾ ਉਚਿਤ ਹੈ। ਅਦਾਲਤ ਨੇ ਟਰੰਪ ਦੀ ਇਸ ਦਲੀਲ ਨੂੰ ਵੀ ਰੱਦ ਕਰ ਦਿੱਤਾ ਕਿ ਰਾਸ਼ਟਰਪਤੀ ਹੋਣ ਦੇ ਨਾਤੇ ਉਹਨਾਂ ਨੂੰ ਇਸ ਮਾਮਲੇ ਤੋਂ ਛੋਟ ਮਿਲਣੀ ਚਾਹੀਦੀ ਹੈ। ਟਰੰਪ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ 2019 ਵਿੱਚ ਦਿੱਤੇ ਗਏ ਉਹਨਾਂ ਦੇ ਬਿਆਨ ਉਹਨਾਂ ਦੇ ਅਧਿਕਾਰਤ ਰਾਸ਼ਟਰਪਤੀ ਫਰਜ਼ਾਂ ਦਾ ਹਿੱਸਾ ਸਨ, ਪਰ ਅਦਾਲਤ ਨੇ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ। ਇਸ ਫੈਸਲੇ ਤੋਂ ਬਾਅਦ ਵਾਈਟ ਹਾਊਸ ਅਤੇ ਟਰੰਪ ਦੇ ਵਕੀਲਾਂ ਨੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਫੈਸਲੇ ਨੂੰ ਡੋਨਾਲਡ ਟਰੰਪ ਲਈ ਇੱਕ ਵੱਡਾ ਕਾਨੂੰਨੀ ਝਟਕਾ ਮੰਨਿਆ ਜਾ ਰਿਹਾ ਹੈ। ਮੈਕਸੀਕੋ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਇੱਕ ਰੇਲ ਗੱਡੀ ਨੇ ਇੱਕ ਡਬਲ ਡੇਕਰ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੇ ਟੁਕੜੇ-ਟੁਕੜੇ ਹੋ ਗਏ। ਰੇਲ ਗੱਡੀ ਨੇ ਬੱਸ ਦੇ ਵਿਚਕਾਰਲੇ ਹਿੱਸੇ ਨੂੰ ਨਿਸ਼ਾਨਾ ਬਣਾਇਆ। ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 45 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ 8 ਸਤੰਬਰ ਨੂੰ ਮੈਕਸੀਕੋ ਸਿਟੀ ਦੇ ਉੱਤਰ ਪੱਛਮ ਵਿੱਚ ਸਥਿਤ ਐਟਲਾਕੋ ਮਲਕੋ ਸ਼ਹਿਰ ਵਿੱਚ ਇੱਕ ਰੇਲ ਗੱਡੀ ਅਤੇ ਇੱਕ ਡਬਲ ਡੇਕਰ ਬੱਸ ਦੀ ਟੱਕਰ ਹੋ ਗਈ। ਮੈਕਸੀਕਨ ਰਾਜ ਦੀ ਸਿਵਲ ਸੁਰੱਖਿਆ ਏਜੰਸੀ ਨੇ ਕਿਹਾ ਕਿ ਐਮਰਜੈਂਸੀ ਕਰੂ ਅਜੇ ਵੀ ਹਾਦਸੇ ਵਾਲੀ ਥਾਂ ਤੇ ਕੰਮ ਕਰ ਰਹੇ ਹਨ, ਜੋ ਕਿ ਇੱਕ ਉਦਯੋਗਿਕ ਖੇਤਰ ਵਿੱਚ ਸਥਿਤ ਹੈ ਜਿੱਥੇ ਬਹੁਤ ਸਾਰੇ ਗੋਦਾਮ ਅਤੇ ਫੈਕਟਰੀਆਂ ਹਨ। ਵਾਇਰਲ ਵੀਡੀਓ ਵਿੱਚ ਬੱਸ ਅਤੇ ਸੜਕ ਤੇ ਟ੍ਰੈਫਿਕ ਵਿਚਕਾਰ ਕੋਈ ਰੁਕਾਵਟ ਨਹੀਂ ਹੈ, ਨਾ ਹੀ ਕੋਈ ਟ੍ਰੈਫਿਕ ਸਿਗਨਲ ਦਿਖਾਈ ਦੇ ਰਿਹਾ ਹੈ। ਬੱਸ ਸਿੱਧੀ ਜਾਂਦੀ ਹੈ ਅਤੇ ਕੁਝ ਸਕਿੰਟਾਂ ਵਿੱਚ ਹੀ ਇਹ ਟ੍ਰੇਨ ਦੇ ਨਾਲ ਟਕਰਾ ਜਾਂਦੀ ਹੈ ਅਤੇ 8 ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਹਾਦਸੇ ਤੋਂ ਕੁਝ ਸਕਿੰਟਾਂ ਪਹਿਲਾਂ ਕੁਝ ਵਾਹਨ ਪਾਰ ਕਰਦੇ ਦਿਖਾਈ ਦਿੰਦੇ ਹਨ। ਮਈ 2021 ਵਿੱਚ ਮੈਕਸੀਕੋ ਸਿਟੀ ਮੈਟਰੋ ਵਿੱਚ ਲਾਈਨ 12 ਦਾ ਇੱਕ ਉੱਚਾ ਹਿੱਸਾ ਉਦੋਂ ਟਹਿ ਗਿਆ ਜਦੋਂ ਇੱਕ ਟ੍ਰੇਨ ਇਸ ਤੋਂ ਉੱਪਰੋਂ ਲੰਘ ਗਈ।
इस भयानक हादसे ਵਿੱਚ ਲਗਭਗ 26 ਲੋਕਾਂ ਦੀ ਮੌਤ ਹੋ ਗਈ ਜਦਕਿ 98 ਜ਼ਖਮੀ ਹੋ ਗਏ। ਜਾਂਚ ਵਿੱਚ ਟੀਮ ਨੇ ਮਾੜੀ ਵੈਲਡਿੰਗ ਡਿਜ਼ਾਈਨ ਦੀਆਂ ਕਮੀਆਂ, ਖਾਸ ਕਰਕੇ ਕਾਰਸ਼ੀਲ ਸਟੱਡਾਂ ਦੀ ਘਾਟ ਅਤੇ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਢਾਂਚਾਗਤ ਖਾਮੀਆਂ ਦਾ ਹਵਾਲਾ ਦਿੱਤਾ। ਨੇਪਾਲ ਸਰਕਾਰ ਨੇ ਸੋਸ਼ਲ ਮੀਡੀਆ ਤੇ ਲੱਗੇ ਪ੍ਰਤੀਬੰਧ ਨੂੰ ਹਟਾ ਦਿੱਤਾ। ਜਾਣਕਾਰੀ ਅਤੇ ਸੰਚਾਰ ਤਕਨੀਕੀ ਮੰਤਰੀ ਪ੍ਰਿਥਵੀ ਸੁਬਾ ਗੁਰੁੰਗ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਸੋਸ਼ਲ ਮੀਡੀਆ ਤੋਂ ਬੈਨ ਹਟਾਉਣ ਤੋਂ ਫੈਸਲਾ ਲਿਆ ਗਿਆ। ਹਾਲਾਂਕਿ ਮੰਤਰੀ ਗੁਰੁੰਗ ਨੇ ਇਹ ਕਿਹਾ ਹੈ ਕਿ ਸਰਕਾਰ ਨੂੰ ਸੋਸ਼ਲ ਮੀਡੀਆ ਨੂੰ ਪ੍ਰਤੀਬੰਧਿਤ ਕਰਨ ਦੇ ਫੈਸਲੇ ਬਾਰੇ ਕੋਈ ਪਛਤਾਵਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੋਂ ਬੈਨ ਹਟਾਉਣ ਦਾ ਫੈਸਲਾ ਉਹਨਾਂ ਵਿਰੋਧ ਪ੍ਰਦਰਸ਼ਨਾਂ ਕਾਰਨ ਲਿਆ ਗਿਆ ਜੋ ਇਸ ਨੂੰ ਬਹਾਨੇ ਵਜੋਂ ਵਰਤ ਰਹੇ ਸਨ। ਪ੍ਰਧਾਨ ਮੰਤਰੀ ਨੇ ਕੈਬਨਿਟ ਨੂੰ ਦੱਸਿਆ ਕਿ ਪ੍ਰਤੀਬੰਧਿਤ ਕੁਝ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਅਜਿਹੀ ਪ੍ਰਤੀਕਿਰਿਆ ਦਿੱਤੀ ਹੈ ਜੋ ਨੇਪਾਲ ਦੇ ਰਾਸ਼ਟਰੀ ਗੌਰਵ ਦਾ ਸਨਮਾਨ ਨਹੀਂ ਕਰਦੀ। ਨੇਪਾਲ ਵਿੱਚ ਪ੍ਰਤੀਬੰਧ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਨੇਪਾਲ ਦੇ ਸੰਚਾਰ, ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਿਥਵੀ ਸੁਬਾ ਗੁਰੁੰਗ ਨੇ ਐਲਾਨ ਕੀਤਾ ਕਿ ਸਰਕਾਰ ਨੇ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਤੋਂ ਬਾਅਦ ਸੋਸ਼ਲ ਮੀਡੀਆ ਸਾਈਟਸ ਤੇ ਲਗਾਈਆਂ ਗਈਆਂ ਪ੍ਰਤੀਬੰਧ ਵਾਪਸ ਲੈ ਲਿਆ। ਗੁਰੁੰਗ ਨੇ ਇਹ ਵੀ ਕਿਹਾ ਕਿ ਸੂਚਨਾ ਮੰਤਰਾਲੇ ਨੇ ਸੰਬੰਧਿਤ ਏਜੰਸੀਆਂ ਨੂੰ ਕਾਠਮੰਡੂ ਦੇ ਵਿਚਕਾਰ ਸੰਸਦ ਦੇ ਸਾਹਮਣੇ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਵਾਲੇ ਜੈਨਜ਼ੀ ਸਮੂਹ ਦੀਆਂ ਮੰਗਾਂ ਅਨੁਸਾਰ ਸੋਸ਼ਲ ਮੀਡੀਆ ਸਾਈਟਸ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ। 3 ਦਿਨ ਪਹਿਲਾਂ ਨੇਪਾਲ ਸਰਕਾਰ ਨੇ ਫੇਸਬੁੱਕ ਅਤੇ ਐਕਸ ਸਮੇਤ 26 ਸੋਸ਼ਲ ਮੀਡੀਆ ਸਾਈਟਸ ਤੇ ਪ੍ਰਤੀਬੰਧ ਲਗਾਉਣ ਦਾ ਹੁਕਮ ਦਿੱਤਾ ਸੀ ਕਿਉਂਕਿ ਇਹ ਬਿਨਾਂ ਕਿਸੇ ਵੈਧ ਰਜਿਸਟ੍ਰੇਸ਼ਨ ਦੇ ਕੰਮ ਕਰ ਰਿਹਾ ਸੀ। ਮੰਤਰੀ ਨੇ ਵਿਰੋਧ ਕਰ ਰਹੇ ਜੈਨਜ਼ੀ ਸਮੂਹ ਤੋਂ ਪ੍ਰਦਰਸ਼ਨ ਖਤਮ ਕਰਨ ਦੀ ਬੇਨਤੀ ਕੀਤੀ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਪ੍ਰਦਰਸ਼ਨ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਕੁਝ ਪ੍ਰਦਰਸ਼ਨਕਾਰੀ ਸੰਸਦ ਕੈਂਪਸ ਵਿੱਚ ਦਾਖਲ ਹੋ ਗਏ। ਇਸ ਤੋਂ ਬਾਅਦ ਪੁਲਿਸ ਨੂੰ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪਾਣੀ ਦੀ ਬੁਛਾੜਾ, ਹੰਝੂ ਗੈਸ ਅਤੇ ਗੋਲੀਆਂ ਦਾ ਇਸਤੇਮਾਲ ਕਰਨਾ ਪਿਆ। ਇਸ ਦੌਰਾਨ ਫੇਸਬੁੱਕ, ਐਕਸ ਅਤੇ WhatsApp ਵਰਗੀਆਂ ਸੋਸ਼ਲ ਮੀਡੀਆ ਸਾਈਟਸ ਸੋਮਵਾਰ ਰਾਤ ਤੋਂ ਮੁੜ ਚਾਲੂ ਹੋ ਗਈਆਂ ਹਨ ਤੇ ਤੁਹਾਨੂੰ ਦੱਸਦਾ ਕਿ ਇਸ ਵਿੱਚ 21 ਲੋਕਾਂ ਦੀ ਮੌਤ ਹੋ ਗਈ ਹੈ। ਇਸ ਮੌਤ ਤੋਂ ਬਾਅਦ ਨੇਪਾਲ ਸਰਕਾਰ ਨੇ ਯੂ-ਟਰਨ ਲਿਆ ਤੇ ਇਹਨਾਂ ਸਾਰੀਆਂ ਸਾਈਟਸ ਤੋਂ ਆਪਣਾ ਬੈਨ ਹਟਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮਰਹੂਮ ਸੈਕਸ ਅਪਰਾਧੀ ਜੈਫਰੀ ਐਪਸਟਾਈਨ ਵਿਚਕਾਰ ਇੱਕ ਕਥਿਤ ਅਸ਼ਲੀਲ ਜਨਮਦਿਨ ਪੱਤਰ ਨੇ ਸਨਸਨੀ ਮਚਾ ਦਿੱਤੀ। ਡੈਮੋਕ੍ਰੇਟ ਕਾਨੂੰਨ ਸਾਜ਼ਾਂ ਨੇ ਇਸ ਪੱਤਰ ਨੂੰ ਜਨਤਕ ਕੀਤਾ। ਇਹ ਪੱਤਰ ਕਥਿਤ ਤੌਰ ਤੇ 2003 ਵਿੱਚ ਜੈਫਰੀ ਐਪਸਟਾਈਨ ਲਈ ਉਹਨਾਂ ਦੇ 50ਵੇਂ ਜਨਮਦਿਨ ਲਈ ਬਣਾਏ ਗਏ ਇੱਕ ਐਲਬਮ ਦਾ ਹਿੱਸਾ ਹੈ। ਇਸ ਪੱਤਰ ਵਿੱਚ ਇੱਕ ਔਰਤ ਦਾ ਸਕੈਚ ਬਣਾਇਆ ਗਿਆ। ਹਾਲਾਂਕਿ ਇਸ ਪੱਤਰ ਨੂੰ ਟਰੰਪ ਨੇ ਰੱਦ ਕਰ ਦਿੱਤਾ। ਇਸ ਪੱਤਰ ਵਿੱਚ ਟਰੰਪ ਨੇ ਕਥਿਤ ਤੌਰ ਤੇ 2003 ਵਿੱਚ ਐਪਸਟਾਈਨ ਨੂੰ ਉਹਨਾਂ ਦੇ ਜਨਮਦਿਨ ਤੇ ਵਧਾਈ ਦਿੱਤੀ ਅਤੇ ਦੋਵਾਂ ਵਿਚਕਾਰ ਦੋਸਤੀ ਦਾ ਜ਼ਿਕਰ ਕੀਤਾ। ਟਰੰਪ ਕਥਿਤ ਤੌਰ ਤੇ ਪੱਤਰ ਵਿੱਚ ਕਹਿੰਦੇ ਹਨ ਕਿ ਸਾਡੇ ਵਿੱਚ ਕੁਝ ਸਮਾਨਤਾਵਾਂ ਹਨ ਅਤੇ ਐਪਸਟਾਈਨ ਜਵਾਬ ਦਿੰਦਾ ਹੈ, ਹਾਂ ਇਹੀ ਲੱਗਦਾ ਹੈ ਜਦੋਂ ਤੁਸੀਂ ਇਸ ਬਾਰੇ ਸੋਚਦੇ ਹੋ। ਫਿਰ ਟਰੰਪ ਲਿਖਦਾ ਹੈ ਕਿ ਭੇਦ ਕਦੇ ਪੁਰਾਣੇ ਨਹੀਂ ਹੁੰਦੇ, ਠੀਕ ਹੈ। ਇੱਕ ਦੋਸਤ ਇੱਕ ਸ਼ਾਨਦਾਰ ਚੀਜ਼ ਹੈ। ਜਨਮਦਿਨ ਮੁਬਾਰਕ। ਹਰ ਇੱਕ ਦਿਨ ਇੱਕ ਨਵਾਂ ਸ਼ਾਨਦਾਰ ਰਾਜ਼ ਹੋ ਸਕਦਾ ਹੈ। ਵਾਈਟ ਹਾਊਸ ਨੇ ਪੱਤਰ ਨੂੰ ਨਕਲੀ ਕਿਹਾ। ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਰਾਸ਼ਟਰਪਤੀ ਟਰੰਪ ਨੇ ਇਹ ਤਸਵੀਰ ਨਹੀਂ ਬਣਾਈ, ਨਾ ਹੀ ਇਸ ਤੇ ਦਸਤਖਤ ਕੀਤੇ। ਟਰੰਪ ਨੇ ਇਸ ਖਬਰ ਨੂੰ ਪ੍ਰਕਾਸ਼ਿਤ ਕਰਨ ਲਈ ਵਾਲ ਸਟਰੀਟ ਜਰਨਲ ਵਿਰੁੱਧ $10 ਬਿਲੀਅਨ ਦਾ ਮੁਕੱਦਮਾ ਵੀ ਦਾਇਰ ਕੀਤਾ ਹੈ। ਉਹਨਾਂ ਦੀ ਕਾਨੂੰਨੀ ਟੀਮ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਹਮਲਾਵਰ ਕਾਰਵਾਈ ਕਰਨਗੇ, ਪਰ ਡੈਮੋਕ੍ਰੇਟਸ ਦਾ ਦਾਅਵਾ ਹੈ ਕਿ ਇਹ ਪੱਤਰ ਐਪਸਟਾਈਨ ਦੇ 50ਵੇਂ ਜਨਮਦਿਨ ਲਈ ਮੈਕਸਵੈਲ ਦੁਆਰਾ ਬਣਾਏ ਗਏ ਪੱਤਰਾਂ ਦੇ ਸੰਗ੍ਰਹਿ ਦਾ ਹਿੱਸਾ ਹੈ, ਜਿਸ ਵਿੱਚ ਬਿਲ ਕਲਿੰਟਨ ਵਰਗੇ ਹੋਰ ਵੱਡੇ ਨਾਵਾਂ ਦੇ ਪੱਤਰ ਵੀ ਸ਼ਾਮਲ ਹਨ। ਇਹ ਪੱਤਰ ਹਾਊਸ ਓਵਰਸਾਈਟ ਕਮੇਟੀ ਦੇ ਡੈਮੋਕ੍ਰੇਟ ਮੈਂਬਰਾਂ ਦੁਆਰਾ ਜਾਰੀ ਕੀਤਾ ਗਿਆ ਸੀ ਜੋ ਐਪਸਟਾਈਨ ਵਿੱਚ ਅਪਰਾਧਿਕ ਜਾਂਚਾਂ ਦੀ ਜਾਂਚ ਕਰ ਰਹੀ ਹੈ। ਕਮੇਟੀ ਨੇ ਨਿਆਂ ਵਿਭਾਗ ਤੋਂ ਐਪਸਟਾਈਨ ਨਾਲ ਸੰਬੰਧਿਤ ਸਾਰੇ ਕਾਨੂੰਨੀ ਦਸਤਾਵੇਜ਼ ਅਤੇ ਬਿਲ ਅਤੇ ਹਿਲੇਰੀ ਕਲਿੰਟਨ ਵਰਗੇ ਉੱਚ ਪ੍ਰੋਫਾਈਲ ਲੋਕਾਂ ਤੋਂ ਪੁੱਛਗਿੱਛ ਲਈ ਕਿਹਾ ਹੈ। ਇਹ ਪੱਤਰ ਅਤੇ ਇਸ ਦੀ ਪ੍ਰਮਾਣਿਕਤਾ ਹੁਣ ਇੱਕ ਰਾਜਨੀਤਿਕ ਲੜਾਈ ਦਾ ਕੇਂਦਰ ਬਣ ਗਈ ਹੈ। ਟਰੰਪ ਅਤੇ ਐਪਸਟਾਈਨ ਦੀ ਦੋਸਤੀ ਲੰਬੇ ਸਮੇਂ ਤੋਂ ਖਬਰਾਂ ਵਿੱਚ ਹੈ। ਟਰੰਪ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਐਪਸਟਾਈਨ ਮਾਮਲੇ ਵਿੱਚ ਡੀਪ ਸਟੇਟ ਯਾਨੀ ਸੱਤਾ ਦੇ ਗਲਿਆਰਿਆਂ ਦੇ ਵਿੱਚ ਛੁਪੇ ਲੋਕ ਇੱਕ ਵੱਡੇ ਸੈਕਸ ਰੈਕੇਟ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖਾਸ ਕਰਕੇ ਡੈਮੋਕ੍ਰੇਟਸ ਅਤੇ ਹਾਲੀਵੁੱਡ ਦੇ ਮਸ਼ਹੂਰ ਚਿਹਰੇ ਬਚ ਗਏ। ਪਰ ਜੁਲਾਈ ਦੇ ਵਿੱਚ FBI ਅਤੇ ਨਿਆਂ ਵਿਭਾਗ ਨੇ ਕਿਹਾ ਹੈ ਕਿ ਐਪਸਟਾਈਨ ਨੇ ਖੁਦਕੁਸ਼ੀ ਕੀਤੀ ਹੈ, ਕਤਲ ਨਹੀਂ ਕੀਤਾ ਅਤੇ ਨਾ ਹੀ ਉਸਦੇ ਕੋਲ ਕੋਈ ਕਲਾਇੰਟ ਸੂਚੀ ਹੈ, ਜਿਵੇਂ ਕਿ ਟਰੰਪ ਸਮਰਥਕਾਂ ਦਾ ਦਾਅਵਾ ਹੈ। ਟਰੰਪ ਨੇ ਖੁਦ ਇਸ ਵਿਵਾਦ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਪੁਰਾਣੀ ਦੋਸਤੀ ਕਾਰਨ ਸਵਾਲ ਨਹੀਂ ਰੁਕੇ। ਐਪਸਟਾਈਨ ਇੱਕ ਅਮੀਰ ਫਾਈਨੈਂਸਰ ਸੀ ਅਤੇ ਦੁਨੀਆ ਭਰ ਦੇ ਵੱਡੇ ਲੋਕਾਂ ਨਾਲ ਉਸਦੇ ਸਬੰਧ ਸਨ, ਪਰ ਉਹ 2019 ਵਿੱਚ ਨਿਊਯਾਰਕ ਦੀ ਇੱਕ ਜੇਲ੍ਹ ਵਿੱਚ ਮ੍ਰਿਤਕ ਪਾਇਆ ਗਿਆ। ਉਹ ਨਾਬਾਲਗ ਕੁੜੀਆਂ ਦੇ ਜਬਰ ਜਨਾਹ ਦੇ ਦੋਸ਼ ਵਿੱਚ ਜੇਲ੍ਹ ਵਿੱਚ ਸੀ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਭਾਰਤ ਦਾ ਨਾਮ ਲਏ ਬਿਨਾਂ ਇਹ ਕਿਹਾ ਕਿ ਰੂਸ ਨਾਲ ਡੀਲ ਕਰਨ ਵਾਲੇ ਦੇਸ਼ਾਂ ਤੇ ਟੈਰਿਫ ਲਗਾਉਣਾ ਸਹੀ ਵਿਚਾਰ ਹੈ। ਜ਼ੈਲੈਂਸਕੀ ਨੇ ਇਸ ਦਿਸ ਵੀਕ ਪ੍ਰੋਗਰਾਮ ਵਿੱਚ ਪ੍ਰਸਾਰਿਤ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਰੂਸ ਨਾਲ ਡੀਲ ਕਰਨ ਵਾਲੇ ਦੇਸ਼ਾਂ ਤੇ ਟੈਰਿਫ ਲਗਾਉਣਾ ਬਿਲਕੁਲ ਸਹੀ ਹੈ। ਜ਼ੈਲੈਂਸਕੀ ਤੋਂ ਪੁੱਛਿਆ ਗਿਆ ਸੀ ਕਿ ਕੀ ਉਹਨਾਂ ਨੂੰ ਲੱਗਦਾ ਹੈ ਕਿ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਯਾਨੀ SCO ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਪਾਬੰਦੀਆਂ ਲਗਾਉਣ ਦੀ ਉਹਨਾਂ ਦੀ ਯੋਜਨਾ ਉਲਟ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਸਾਮਾਨਾਂ ਤੇ ਟੈਰਿਫ ਨੂੰ ਦੁੱਗਣਾ ਕਰਕੇ 50% ਕਰ ਦਿੱਤਾ, ਜਿਸ ਵਿੱਚ ਭਾਰਤ ਵੱਲੋਂ ਰੂਸੀ ਕੱਚੇ ਤੇਲ ਦੀ ਖਰੀਦ ਤੇ 25% ਵਾਧੂ ਡਿਊਟੀ ਵੀ ਸ਼ਾਮਲ ਹੈ। ਭਾਰਤ ਨੇ ਅਮਰੀਕੀ ਕਾਰਵਾਈ ਨੂੰ ਗੈਰ ਵਾਜਬ ਅਤੇ ਅਕਲਮੰਦੀ ਕਰਾਰ ਦਿੱਤਾ। ਤਿਆਨਜਿਨ ਵਿੱਚ SCO ਸੰਮੇਲਨ ਤੋਂ ਇਲਾਵਾ ਮੋਦੀ ਦੀ ਪੁਤਿਨ ਦੇ ਨਾਲ ਮੁਲਾਕਾਤ ਤੋਂ 2 ਦਿਨ ਪਹਿਲਾਂ ਜ਼ੈਲੈਂਸਕੀ ਨੇ 30 ਅਗਸਤ ਨੂੰ ਭਾਰਤੀ ਪ੍ਰਧਾਨ ਮੰਤਰੀ ਨੂੰ ਫੋਨ ਕੀਤਾ ਸੀ। ਉਹਨਾਂ ਨੇ ਰੂਸ ਦੀ ਚੋਟੀ ਦੀ ਲੀਡਰਸ਼ਿਪ ਨੂੰ ਮਿਲਣ ਦੀ ਆਪਣੀ ਉਤਸੁਕਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਲੜਾਈ ਤੁਰੰਤ ਜੰਗਬੰਦੀ ਨਾਲ ਖਤਮ ਹੋਣੀ ਚਾਹੀਦੀ ਹੈ। ਫੋਨ ਤੇ ਗੱਲਬਾਤ ਤੋਂ ਬਾਅਦ ਭਾਰਤ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਮੋਦੀ ਨੇ ਰੂਸ ਯੂਕਰੇਨ ਟਕਰਾਅ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਦ੍ਰਿੜ ਅਤੇ ਇਕਸਾਰ ਰੁਖ ਅਤੇ ਜਲਦੀ ਹੀ ਸ਼ਾਂਤੀ ਬਹਾਲ ਕਰਨ ਦੇ ਯਤਨਾਂ ਦਾ ਸਮਰਥਨ ਦੁਹਰਾਇਆ। ਕੈਨੇਡਾ ਦੇ ਵਿੱਚ ਨਿਤ ਗੋਲੀਆਂ ਚੱਲਣ, ਲੁਟੇਰਿਆਂ ਦੇ ਘਰਾਂ ਵਿੱਚ ਦਾਖਲ ਹੋਣ ਅਤੇ ਚੋਰੀ ਦੀਆਂ ਵਾਰਦਾਤਾਂ ਤੋਂ ਤੰਗ ਕਈ ਭਾਰਤੀ ਪਰਿਵਾਰਾਂ ਨੇ ਸਦਾ ਵਾਸਤੇ ਮੁਲਕ ਛੱਡਣ ਦਾ ਫੈਸਲਾ ਕਰ ਲਿਆ। ਜੀ ਹਾਂ, BC ਦੇ ਨਾਨਾਈਮੋ ਸ਼ਹਿਰ ਵਿੱਚ ਗਰੋਸਰੀ ਸਟੋਰ ਚਲਾ ਰਹੀ ਰਵੀ ਪਟੇਲ ਅਤੇ ਸਰਿਤਾ ਪਟੇਲ ਕੈਨੇਡਾ ਛੱਡਣ ਦਾ ਐਲਾਨ ਕਰਨ ਵਾਲਿਆਂ ਵਿੱਚੋਂ ਇੱਕ ਹਨ। ਰਿਪੋਰਟ ਦੇ ਮੁਤਾਬਕ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਰਵੀ ਅਤੇ ਸਰਿਤਾ 7 ਸਾਲ ਪਹਿਲਾਂ ਕੈਨੇਡਾ ਪੁੱਜੇ ਅਤੇ ਕਰੜੀ ਮਿਹਨਤ ਕਰਦਿਆਂ ਸਟੋਰ ਖਰੀਦਣ ਵਿੱਚ ਕਾਮਯਾਬ ਹੋ ਗਏ, ਪਰ ਚੋਰ ਲੁਟੇਰਿਆਂ ਨੇ ਕੰਨਾਂ ਨੂੰ ਹੱਥ ਲਪਾ ਦਿੱਤੇ। ਨਨਾਈਮੋ ਦੀ ਐਲਬਰਟ ਸਟਰੀਟ ਅਤੇ ਮਿਲਟਨ ਸਟਰੀਟ ਦੇ ਕੋਨੇ ਤੇ ਬਣੇ ਸਟੋਰ ਨੂੰ ਚੋਰਾਂ ਨੇ ਸੰਭਾਵੀ ਤੌਰ ਤੇ ਪੱਕਾ ਟਿਕਾਣਾ ਬਣਾ ਲਿਆ। ਚੋਰੀਆਂ ਰੋਕਣ ਦੇ ਇਰਾਦੇ ਨਾਲ ਰਵੀ ਪਟੇਲ 35 ਕੈਮਰੇ ਲਗਵਾ ਚੁੱਕੇ ਹਨ, ਪਰ ਚੋਰਾਂ ਉੱਤੇ ਕੋਈ ਅਸਰ ਨਹੀਂ। ਸਿਰਫ ਇੰਨਾ ਹੀ ਨਹੀਂ, ਰਵੀ ਪਟੇਲ ਨੇ $20,000 ਖਰਚ ਕਰਦਿਆਂ ਸਟੋਰ ਦੁਆਲੇ 6 ਫੁੱਟ ਉੱਚੀ ਫੈਂਸ ਖੜੀ ਕਰ ਦਿੱਤੀ ਹੈ, ਪਰ ਇਹ ਵੀ ਚੋਰ ਲੁਟੇਰਿਆਂ ਨੂੰ ਰੋਕ ਨਹੀਂ ਸਕੇ। ਰਵੀ ਪਟੇਲ ਨੇ ਦੱਸਿਆ ਕਿ ਅੱਧੀ ਰਾਤ ਵੇਲੇ ਵੀ ਚੋਰ ਲੁਟੇਰਿਆਂ ਦੇ ਆਉਣ ਦਾ ਡਰ ਜਿਹੜਾ ਹੈ ਵੱਡ ਖਾਂਦਾ ਰਹਿੰਦਾ ਹੈ ਅਤੇ ਹੁਣ ਇਹ ਸਭ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਆਉਣ ਮਗਰੋਂ ਪਟੇਲ ਪਰਿਵਾਰ ਦਾ ਪਹਿਲਾ ਟਿਕਾਣਾ ਹੈਲੀਫੈਕਸ ਸ਼ਹਿਰ ਸੀ ਅਤੇ ਇਸ ਤੋਂ ਬਾਅਦ ਉਹਨਾਂ ਨੇ BC ਦੇ ਡੈਲਟਾ ਵਿਖੇ ਇੱਕ ਕਨਵੀਨੀਅੰਸ ਸਟੋਰ ਖਰੀਦ ਲਿਆ। ਕੋਰੋਨਾ ਮਹਾਮਾਰੀ ਦੌਰਾਨ ਰਵੀ ਅਤੇ ਸਰਿਤਾ ਪਟੇਲ ਨੇ ਇੱਕ ਨੌਜਵਾਨ ਨੂੰ $5500 ਦੀ ਠੱਗੀ ਤੋਂ ਬਚਾਇਆ ਅਤੇ ਪੁਲਿਸ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਦੋਹਾਂ ਦੀ ਸ਼ਲਾਘਾ ਕੀਤੀ ਗਈ। ਦਸੰਬਰ 2020 ਵਿੱਚ ਇੱਕ ਇੰਟਰਵਿਊ ਦੌਰਾਨ ਪਟੇਲ ਪਰਿਵਾਰ ਨੇ ਕਿਹਾ ਸੀ ਕਿ ਉਹਨਾਂ ਨੇ ਆਪਣਾ ਫਰਜ਼ ਨਿਭਾਉਂਦਿਆਂ ਨੌਜਵਾਨ ਨੂੰ ਠੱਗੀ ਤੋਂ ਬਚਾਇਆ, ਪਰ ਹੁਣ ਉਹੀ ਪਰਿਵਾਰ ਸਰਕਾਰ ਤੋਂ ਮਦਦ ਮੰਗ ਰਿਹਾ ਹੈ। ਰਵੀ ਪਟੇਲ ਨੇ ਕਿਹਾ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਔਖੀਆਂ ਹੋ ਰਹੀਆਂ ਹਨ ਅਤੇ ਇੰਨੇ ਟੈਕਸ ਅਦਾ ਕਰਨ ਦੇ ਬਾਵਜੂਦ ਸਰਕਾਰ ਤੋਂ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਮਿਲ ਰਹੀ। BC ਦੇ ਲੋਕ ਸੁਰੱਖਿਆ ਮੰਤਰੀ ਟੈਰੀ ਯੂੰਗ ਨੂੰ ਕਿਹਾ ਹੈ ਕਿ ਲੋਕਾਂ ਅਤੇ ਕਾਰੋਬਾਰਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ। ਬਿਨਾਂ ਸ਼ੱਕ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ, ਪਰ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਕਦਮ ਉਠਾਏ ਜਾ ਰਹੇ ਹਨ। ਉਧਰ ਨਨਾਈਮੋ ਦੇ ਮੇਅਰ ਲੈਨਰਡ ਕਰੋਗ ਦਾ ਕਹਿਣਾ ਹੈ ਕਿ ਬਦਕਿਸਮਤੀ ਨਾਲ ਇਹ ਸਭ ਰਾਤੋਂ ਰਾਤ ਸ਼ੁਰੂ ਨਹੀਂ ਹੋਇਆ। ਲੰਬੇ ਸਮੇਂ ਤੋਂ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਹਰ ਸੂਬੇ ਵਿੱਚ ਚੋਰੀ, ਲੁੱਟ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਪਿਛਲੇ ਦਿਨੀ ਓਨਟਾਰੀਓ ਦੇ ਵੋਨ ਸ਼ਹਿਰ ਵਿੱਚ ਵੀ ਲੁਟੇਰਿਆਂ ਨੇ 4 ਬੱਚਿਆਂ ਦੇ ਸਾਹਮਣੇ ਉਹਨਾਂ ਦੇ ਪਿਤਾ ਦੀ ਹੱਤਿਆ ਕਰ ਦਿੱਤੀ। ਦੂਜੇ ਪਾਸੇ 3 ਦਿਨ ਪਹਿਲਾਂ ਐਪਸਫੋਰਡ ਦੇ ਇੱਕ ਘਰ ਤੇ ਗੋਲੀਆਂ ਚੱਲੀਆਂ ਅਤੇ ਦੋਹਾਂ ਮਾਮਲਿਆਂ ਵਿੱਚ ਹੁਣ ਤੱਕ ਸ਼ੱਕੀਆਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਯਮਨ ਤੋਂ ਹੂਤੀ ਬਾਗੀਆਂ ਨੇ ਇੱਕ ਡਰੋਨ ਦਾ ਕੇ ਇਜ਼ਰਾਈਲ ਦੇ ਦੱਖਣੀ ਸ਼ਹਿਰ ਇਲੇਟ ਵਿੱਚ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਹਵਾਈ ਖੇਤਰ ਬੰਦ ਕਰਨਾ ਪਿਆ ਅਤੇ ਉਡਾਨਾਂ ਰੋਕ ਦਿੱਤੀਆਂ ਗਈਆਂ। ਇਜ਼ਰਾਈਲ ਨੇ ਕਿਹਾ ਹੈ ਕਿ ਹੂਤੀ ਬਾਗੀਆਂ ਨੇ ਕਈ ਡਰੋਨ ਸੁੱਟੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਜ਼ਰਾਈਲ ਤੋਂ ਬਾਹਰ ਨਸ਼ਟ ਕਰ ਦਿੱਤੇ ਗਏ। ਇੱਕ ਡਰੋਨ ਦੱਖਣੀ ਇਜ਼ਰਾਈਲੀ ਸ਼ਹਿਰ ਇਲੇਟ ਦੇ ਨੇੜੇ ਰਾਮੋਨ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਡਿੱਗਿਆ। ਇਜ਼ਰਾਈਲ ਦੀ ਬਚਾਅ ਸੇਵਾ ਮੈਗਨ ਡੇਵਿਡ ਨੇ ਅਨੁਸਾਰ ਡਰੋਨ ਹਮਲੇ ਵਿੱਚ ਇੱਕ ਵਿਅਕਤੀ ਡਰੋਨ ਦੇ ਟੁਕੜੇ ਵੱਜਣ ਕਾਰਨ ਮਾਮੂਲੀ ਜ਼ਖਮੀ ਹੋ ਗਿਆ। ਉਧਰ ਹੀ ਐਤਵਾਰ ਨੂੰ ਹੋਇਆ ਇਹ ਹਮਲਾ ਯਮਨ ਦੀ ਰਾਜਧਾਨੀ ਸਨਾ ਤੇ ਇਜ਼ਰਾਈਲ ਹਮਲੇ ਤੋਂ 2 ਹਫ਼ਤੇ ਬਾਅਦ ਹੋਇਆ ਹੈ। ਕਿ ਕਚਰੇ ਨੂੰ ਆਸਟ੍ਰੇਲੀਆ ਹਵਾਈ ਅੱਡੇ ਤੇ ਲਿਜਾਣ ਨਾਲ ਭਾਰੀ ਜੁਰਮਾਨਾ ਹੋ ਸਕਦਾ ਹੈ।
ਹਾਲ ਹੀ ਵਿੱਚ ਇੱਕ ਮਲਿਆਲਮ ਅਦਾਕਾਰਾ ਨਵੀਆ ਨਾਇਰ ਨੂੰ ਆਸਟ੍ਰੇਲੀਆ ਦੇ ਮੈਲਬੌਰਨ ਹਵਾਈ ਅੱਡੇ ਤੇ 15 ਸੈਂਟੀਮੀਟਰ ਲੰਬੀ ਚਮੇਲੀ ਗਜਰਾ ਲਿਜਾਣ ਦੇ ਲਈ 1980 AUD ਯਾਨੀ 1,14,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਸੋ ਇਸ ਜੁਰਮਾਨੇ ਦੇ ਪਿੱਛੇ ਆਸਟ੍ਰੇਲੀਆ ਦੇ ਕੁਝ ਖਾਸ ਨਿਯਮ ਨੇ, ਜਿੱਥੇ ਤੁਸੀਂ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਤੇ ਕਈ ਚੀਜ਼ਾਂ ਲੈ ਕੇ ਨਹੀਂ ਜਾ ਸਕਦੇ, ਜਿਸ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਅਜਿਹੇ ਪੌਦਿਆਂ ਅਤੇ ਫੁੱਲਾਂ ਨੂੰ ਉੱਚ ਜੋਖਮ ਵਜੋਂ ਸ਼੍ਰੇਣੀਬੱਧ ਕਰਦਾ ਹੈ, ਕਿਉਂਕਿ ਉਹ ਕੀੜੇ ਜਾਂ ਬਿਮਾਰੀਆਂ ਪੈਦਾ ਕਰ ਸਕਦੇ ਹਨ ਜੋ ਇਸ ਦੇ ਵਿਲੱਖਣ ਵਾਤਾਵਰਣ ਨੂੰ ਖਤਰੇ ਵਿੱਚ ਪਾਉਂਦੇ ਹਨ। ਬੀਜਾਂ ਨੂੰ ਵੀ ਸਿਰਫ ਵਿਸ਼ੇਸ਼ ਪ੍ਰਮਾਣੀਕਰਨ ਨਾਲ ਹੀ ਆਗਿਆ ਹੈ ਅਤੇ ਇਹ ਪੂਰੀ ਤਰ੍ਹਾਂ ਸਾਫ਼ ਮਿੱਟੀ, ਬਿਮਾਰੀ ਦੇ ਨਿਸ਼ਾਨਾਂ ਅਤੇ ਕਿਸੇ ਵੀ ਮੂਲ ਪੌਦੇ ਦੇ ਹਿੱਸਿਆਂ ਜਿਵੇਂ ਕਿ ਫਲੀਆਂ, ਪੱਤਿਆਂ ਜਾਂ ਤਣੀਆਂ ਤੋਂ ਮੁਕਤ ਹੋਣੇ ਚਾਹੀਦੇ ਹਨ। ਆਸਟ੍ਰੇਲੀਆ ਹਵਾਈ ਅੱਡੇ ਤੇ ਆਉਣ ਵਾਲੇ ਯਾਤਰੀਆਂ ਦੇ ਕੁਝ ਖਾਸ ਨਿਯਮ ਹੁੰਦੇ ਹਨ। ਸੋ studyaustralia.government.au ਵੈਬਸਾਈਟ ਦੇ ਅਨੁਸਾਰ ਆਸਟ੍ਰੇਲੀਆ ਦੇ ਵਿੱਚ ਉਤਰਨ ਵੇਲੇ ਤੁਹਾਨੂੰ ਆਪਣੇ ਆਉਣ ਵਾਲੇ ਯਾਤਰੀ ਆਗਮਨ ਕਾਰਡ ਤੇ ਬਹੁਤ ਸਾਰੀਆਂ ਚੀਜ਼ਾਂ ਦਾ ਐਲਾਨ ਕਰਨਾ ਚਾਹੀਦਾ ਹੈ, ਜਿਸ ਵਿੱਚ ਬਹੁਤ ਸਾਰੀ ਚੀਜ਼ਾਂ ਸ਼ਾਮਲ ਨੇ, ਜਿਵੇਂ ਕਿ ਜੀਵਤ ਜਾਨਵਰ, ਪੌਦੇ ਅਤੇ ਬੀਜ ਹੋ ਗਏ। ਇਸ ਤੋਂ ਇਲਾਵਾ ਬਿਨਾਂ ਪੈਕ ਕੀਤੇ ਮੀਟ ਉਤਪਾਦ, ਅੰਡੇ ਦੇ ਉਤਪਾਦ, ਦੁੱਧ, ਫਲ ਅਤੇ ਸਬਜ਼ੀਆਂ, ਜੜੀ ਬੂਟੀਆਂ ਅਤੇ ਰਵਾਇਤੀ ਦਵਾਈਆਂ, ਆਸਟ੍ਰੇਲੀਆ ਦੇ ਅੰਦਰ ਅਤੇ ਬਾਹਰ ਨਸ਼ੀਲੇ ਪਦਾਰਥਾਂ ਜਿਨ੍ਹਾਂ ਵਿੱਚ ਮਾਰੀਜੁਆਨਾ, ਭੰਗ, ਹੈਰੋਇਨ, ਕੋਕੀਨ ਅਤੇ ਇਸ ਤੋਂ ਇਲਾਵਾ ਐਮਫੈਂਟਾਮਾਈਨ ਸ਼ਾਮਲ ਹਨ, ਉਸ ਨੂੰ ਲਿਜਾਣਾ ਗੈਰ ਕਾਨੂੰਨੀ ਹੈ। ਆਸਟ੍ਰੇਲੀਆ ਹਵਾਈ ਅੱਡਿਆਂ ਤੇ ਸੁਰੱਖਿਆ ਨਿਯਮ ਵੀ ਹਨ। ਕੁਝ ਵੈਬਸਾਈਟ ਦੇ ਅਨੁਸਾਰ ਤੁਸੀਂ ਆਸਟ੍ਰੇਲੀਆ ਵਿੱਚ ਤਾਜ਼ੇ ਫਲ ਅਤੇ ਸਬਜ਼ੀਆਂ, ਮਾਂਸ, ਪੋਲਟਰੀ, ਸੂਰ ਦਾ ਮਾਂਸ, ਅੰਡੇ, ਡੇਅਰੀ ਉਤਪਾਦ, ਜੀਵਿਤ ਪੌਦੇ ਜਾਂ ਬੀਜ ਨਹੀਂ ਲਿਜਾ ਸਕਦੇ। ਇਹ ਉਤਪਾਦ ਆਸਟ੍ਰੇਲੀਆ ਵਿੱਚ ਗੰਭੀਰ ਕੀੜੇ ਅਤੇ ਬਿਮਾਰੀਆਂ ਲਿਆ ਸਕਦੇ ਹਨ, ਸੋ ਵਿਲੱਖਣ ਵਾਤਾਵਰਣ ਨੂੰ ਤਬਾਹ ਕਰ ਸਕਦੇ ਹਨ। ਆਸਟ੍ਰੇਲੀਆ ਦੇ ਕਾਨੂੰਨ ਦੇ ਅਨੁਸਾਰ ਤੁਹਾਨੂੰ ਆਪਣੇ ਆਉਣ ਵਾਲੇ ਯਾਤਰੀ ਕਾਰਡ ਤੇ ਸੂਚੀਬੱਧ ਕਿਸੇ ਵੀ ਸਮਾਨ ਦਾ ਐਲਾਨ ਕਰਨਾ ਚਾਹੀਦਾ ਹੈ, ਜਿਸ ਵਿੱਚ ਕੁਝ ਖਾਸ ਭੋਜਨ, ਪੌਦਿਆਂ ਦੀ ਸਮੱਗਰੀ ਅਤੇ ਜਾਨਵਰਾਂ ਦੇ ਉਤਪਾਦ ਸ਼ਾਮਲ ਹਨ। ਇਸ ਤੋਂ ਇਲਾਵਾ ਜੁਰਮਾਨੇ ਦੀ ਗੱਲ ਕਰਾਂ ਤੇ 5500 ਆਸਟ੍ਰੇਲੀਆ ਡਾਲਰ ਜੁਰਮਾਨਾ ਹੋ ਸਕਦਾ ਹੈ। ਵੀਜ਼ਾ ਰੱਦ ਕਰਨਾ ਵੀ ਸ਼ਾਮਲ ਹੈ। ਆਸਟ੍ਰੇਲੀਆ ਵਿੱਚ ਦਾਖਲ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਤੋਂ ਰਵਾਨਗੀ ਲਈ ਇਮੀਗ੍ਰੇਸ਼ਨ ਹਿਰਾਸਤ ਵਿੱਚ ਵੀ ਲਿਆ ਜਾ ਸਕਦਾ ਹੈ। ਆਸਟ੍ਰੇਲੀਆ ਵਿੱਚ ਦਾਖਲ ਹੋਣ ਵੇਲੇ ਹੋਰ ਮਹੱਤਵਪੂਰਨ ਨੋਟਿਸ ਵੀ ਹਨ, ਜਿਵੇਂ ਕਿ ਯੋਜਨਾਬੱਧ ਰਵਾਨਗੀ ਦੀ ਮਿਤੀ ਤੋਂ ਘੱਟੋ-ਘੱਟ 1 ਮਹੀਨਾ ਪਹਿਲਾਂ ਆਸਟ੍ਰੇਲੀਆਈ ਵੀਜ਼ੇ ਲਈ ਸਰਗਰਮੀ ਦੇ ਨਾਲ ਅਰਜ਼ੀ ਦਿਓ। ਟੈਕਸ ਛੋਟ ਪ੍ਰਾਪਤ ਕਰਨ ਦੇ ਲਈ ਆਸਟ੍ਰੇਲੀਆ ਹਵਾਈ ਅੱਡੇ ਤੇ ਆਸਟ੍ਰੇਲੀਆ ਵਾਪਸ ਆਉਣ ਵੇਲੇ ਦੋਸਤਾਂ ਤੇ ਪਰਿਵਾਰਾਂ ਲਈ ਤੋਹਫੇ ਖਰੀਦਣ ਬਾਰੇ ਵਿਚਾਰ ਕਰੋ। ਆਯਾਤ ਕੀਤੇ ਸਮਾਨ ਤੇ ਨਿਯਮਾਂ ਦੀ ਚੰਗੀ ਤਰ੍ਹਾਂ ਖੋਜ ਕਰੋ। ਇਸ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਆਪਣੇ ਦਾਖਲੇ ਨੂੰ ਸੁਚਾਰੂ ਬਣਾਉਣ ਦੇ ਲਈ ਸਾਰੇ ਜ਼ਰੂਰੀ ਨਿੱਜੀ ਦਸਤਾਵੇਜ਼ ਜਿਵੇਂ ਕਿ ਵੀਜ਼ਾ, ਪਾਸਪੋਰਟ, ID ਕਾਰਡ, ਸਿਹਤ ਸਰਟੀਫਿਕੇਟ ਅਤੇ ਦਾਖਲਾ ਫਾਰਮ ਤਿਆਰ ਕਰੋ। ਭਾਰਤ ਤੇ ਇਜ਼ਰਾਈਲ ਨੇ ਇੱਕ ਦੁਵੱਲੇ ਨਿਵੇਸ਼ ਸਮਝੌਤੇ ਤੇ ਹਸਤਾਖਰ ਕੀਤੇ ਹਨ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਨਿਵੇਸ਼ ਨੂੰ ਵਧਾਉਣ 'ਚ ਮਦਦ ਮਿਲੇਗੀ। ਵਿੱਤ ਮੰਤਰਾਲੇ ਨੇ ਪੋਸਟ ਕੀਤਾ ਹੈ ਕਿ ਦੋਹਾਂ ਦੇਸ਼ਾਂ ਨੇ ਨਵੀਂ ਦਿੱਲੀ 'ਚ ਇਸ ਸਮਝੌਤੇ ਤੇ ਹਸਤਾਖਰ ਕੀਤੇ। ਭਾਰਤ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਇਜ਼ਰਾਈਲ ਵੱਲੋਂ ਉਹਨਾਂ ਦੇ ਹਮਰੁਤਬਾ ਬੇਜ਼ਲੇਲ ਸਮੋਟਰਿਚ ਨੇ ਹਸਤਾਖਰ ਕੀਤੇ। ਸਮੋਟਰਿਚ ਭਾਰਤ ਦੇ 3 ਦਿਨਾਂ ਦੌਰੇ ਤੇ ਹਨ। ਉਹ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੀ ਮੁਲਾਕਾਤ ਕਰਨਗੇ। ਉਹਨਾਂ ਦੀ ਭਾਰਤ ਫੇਰੀ ਦਾ ਮੰਤਵ ਦੁਵੱਲੀਆਂ ਮੀਟਿੰਗਾਂ ਰਾਹੀਂ ਭਾਰਤ ਨਾਲ ਇਜ਼ਰਾਈਲ ਦੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨਾ ਤੇ ਦੁਵੱਲੇ ਨਿਵੇਸ਼ ਸਮਝੌਤੇ ਅਤੇ ਮੁਕਤ ਵਪਾਰ ਸਮਝੌਤੇ ਸਮੇਤ ਕੁਝ ਵੱਡੇ ਸਮਝੌਤਿਆਂ ਲਈ ਇੱਕ ਸਾਂਝਾ ਆਧਾਰ ਤਿਆਰ ਕਰਨਾ ਹੈ। ਸਮਝੌਤਾ ਦੋਵਾਂ ਦੇਸ਼ਾਂ ਦੇ ਨਿਵੇਸ਼ਕਾਂ ਲਈ ਢੁਕਵੀਂ ਸੁਰੱਖਿਆ ਯਕੀਨੀ ਬਣਾਏਗਾ। ਇਹ ਸਾਲਸੀ ਰਾਹੀਂ ਵਿਵਾਦ ਨਿਪਟਾਰੇ ਲਈ ਇੱਕ ਆਜ਼ਾਦ ਮੰਚ ਵੀ ਪ੍ਰਦਾਨ ਕਰੇਗਾ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਚੋਣਵੀਆਂ ਖਬਰਾਂ ਔਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।